सत श्री अकाल जी, मैं हाँ स्वर्ण सिंह टैणा तो तुसीं देख रहे हो प्राइम एशिया टैलीविजन। हर रोज़ की तरह ही प्रोग्राम खबर की खबर लैके हाज़र हाँ। पहली वड्डी खबर के वाल जाण तो पहलां पंजाब के मौसम की हाल बयानी। अज सवेर के वेले पंजाब के कुछ कुछ हिस्सों के विच कणियां पईयां, पर बाद दोपहर पंजाब के तकरीबन सारे हिस्सों के विच चोखी गर्मी सी। हालांकि मौसम विभाग के वल्लों ये गल कही गई है कि 4 तरीक तो लैके 7 तरीक के विच पंजाब के विच कई हिस्सों च लोहड़ियां का मींह पैना, पर उन्ना हाले तक पिया नहीं। हालांकि कुछ क थावां दे उत्ते जिथे जिथे मींह पिया उत्थे बिना मींह तो जां घट मींह तो इहो ਜਿਹੇ हालात बने आ गलियां दे, नालियां दे, सड़कों के भी उन्हां दे बाबत की कहिए ते की ना कहिए, बंदे नूं कुछ सुझदा नहीं। पर जिस तरीके दे नाल भविष्यवाणी की गई सी कि 7 तरीक तक भरमां मींह पैना, उस दे करके किसान भाईचारा बेहद खुश सी कि ऐतकी सानूं डीजल शायद हुण महंगे भाव दा ना फूकना पवे। पर जिस तरीके दे नाल 3 दिनां दे विच विरला टावां ही मींह पिया, ਉਹਦੇ ਕਰਕੇ किसान मायूस भी है ਤੇ जिन्नी आस सी उन्ना मींह नहीं पिया, ਜਿਹਦੇ ਕਰਕੇ तपश लगातार उन्नी है जिन्नी कि पिछले दिनों के नोट की गई है। हुण जेकर पहली वड्डी खबर के बारे जाने तो वो डेरा मुखी गुरमीत राम रहीम नूं SIT दे वल्लों केस दे विच नामजद करन दे नाल जुड़ी हुई है। आपां जाणदे कि किस तरीके दे नाल अकाली भाजपा गठजोड़ दी सरकार दे मौके बेअदबी हुई, वख-वख थावां दे उत्ते बेअदबियां होईयां। बैबल कलां गोली कांड दे मुतलक भी आपां जाणदे हां, बरगाड़ी कांड दे बाबत भी जाणदे हां, कोटकपूरा कांड दे बाबत भी जाणदे हां। सरकार बदल गई पर हालात नहीं बदले, SIT बदल गई पर हालात नहीं बदले। यानी कि कदे फलाना कमिशन कदे फलाना कमिशन, उन्हां कमिशनां ने कोई इहो जी ढुकवीं कार्रवाई नहीं की कि पंजाब दे लोग तृप्त हो सकण, पंजाब दे लोकां नूं संतुष्टि होवे। इहो जिहा हाले तक होया कुछ भी नहीं। पर SIT पिछले कई हफ्तिਆਂ ਤੋਂ जिस तरीके नाल सरगर्म होई है, ਉਹਦੇ ਉੱਤੇ सवाल ਜ਼ਰੂਰ ਉੱਠਣ ਲੱਗ ਪਿਆ। ਕੁਝ ਇੱਕ ਲੋਕਾਂ ਦਾ ਇਹ ਕਹਿਣਾ ਕਿ 1.5 ਸਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਰਹਿ ਗਿਆ ਤੇ ਹਾਲੇ ਹੋਰ ਬਹੁਤ ਕੁਝ ਸਰਗਰਮੀ ਫੜ ਕੇ ਸਾਹਮਣੇ ਆਊਗਾ। ਪਰ ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਇਹ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ। ਪਰ ਕੁਝ ਕੁ ਲੋਕਾਂ ਦਾ ਇਹ ਵੀ ਕਹਿਣਾ ਕਿ SIT ਨੇ ਜਦੋਂ ਹੁਣ ਠੀਕ ਸਮਝਿਆ ਤਾਂ ਉਹਨੇ ਸਰਗਰਮੀ ਤੇਜ਼ ਕੀਤੀ ਹੈ ਤੇ ਆਪਣੇ ਵੱਲੋਂ ਸਹੀ ਤਰੀਕੇ ਦਾ ਕੰਮ ਵੀ ਕੀਤਾ ਜਾ ਰਿਹਾ। ਪਰ ਕੀ 1.5 ਸਾਲ ਦੇ ਵਿੱਚ ਜਿਹੜਾ ਕਿ ਬਾਕੀ ਸਮਾਂ ਪਿਆ, ਇਹਦੇ ਵਿੱਚ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਸਿੱਖਾਂ ਦੇ ਪਿੱਛੇ ਭੇਜਿਆ ਜਾਊ? ਕੀ ਮਿਸਾਲੀ ਕਾਰਵਾਈ ਕੀਤੀ ਜਾਊ ਜਾਂ ਕੀ ਇਹ ਸਿਰਫ ਤੇ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੈ ਜੋ SIT ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ? ਇਹਦੇ ਬਾਬਤ ਲੋਕਾਂ ਦੇ ਮਨਾਂ ਵਿੱਚ 100 ਕਿਸਮ ਦੇ ਸਵਾਲ ਹੈ। ਪਰ ਫਿਰ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਥਾਂ ਥਾਂ ਦੇ ਉੱਤੇ ਅੰਗ ਖਿਲਰੇ ਹੋਏ ਮਿਲੇ, ਬਹੁਤ ਕੁਝ ਹੋਇਆ ਅਤੀਤ ਦੇ ਵਿੱਚ ਜਿਹਦੇ ਬਾਬਤ ਆਪਾਂ ਸਾਰਾ ਕੁਝ ਜਾਣਦੇ ਹਾਂ। ਪਰ ਇੰਨੀ ਠਰਮੇ ਵਾਲੀ, ਇੰਨੀ ਲੇਟ ਲਤੀਫੀ ਵਾਲੀ ਕਾਰਵਾਈ ਕਿਹੜੀ ਗੱਲੋਂ ਹੋ ਰਹੀ ਹੈ? ਚਾਹੀਦਾ ਤਾਂ ਇਹ ਸੀ ਕਿ ਤਲੀ ਦੇ ਉੱਤੇ ਸਰੋਂ ਜਮਾ ਕੇ ਦਿਖਾਈ ਜਾਂਦੀ। ਜਦੋਂ ਆਪਣੀ ਹੀ ਕਾਂਗਰਸ ਸਰਕਾਰ ਦੇ ਵਿਧਾਇਕ ਤੇ ਮੰਤਰੀ ਇਹ ਗੱਲ ਕਹਿੰਦੇ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਿ ਅਸੀਂ ਲੋਕਾਂ ਦੇ ਲਈ ਕੁਝ ਵੀ ਨਹੀਂ ਕਰ ਸਕੇ, ਲੋਕਾਂ ਦੀਆਂ ਅੱਖਾਂ ਅਸੀਂ ਠੰਡੀਆਂ ਨਹੀਂ ਕਰ ਸਕੇ, ਅਸੀਂ ਲੋਕਾਂ ਨੂੰ ਕਿਹਾ ਸੀ ਕਿ ਬੇਅਦਬੀ ਮਾਮਲੇ ਦੇ ਵਿੱਚ ਇਨਸਾਫ ਮਿਲੂਗਾ ਤੇ ਅਸੀਂ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਾਂਗੇ। ਅਸੀਂ ਇਹ ਗੱਲ ਕਹੀ ਸੀ ਸਰਕਾਰ ਆਉਣ ਤੋਂ ਪਹਿਲਾਂ ਕਿ ਕੇਬਲ ਮਾਫੀਏ ਨੂੰ ਨੱਥ ਪਾਵਾਂਗੇ। ਅਸੀਂ ਸਰਕਾਰ ਆਉਣ ਤੋਂ ਪਹਿਲਾਂ ਗੱਲ ਕਹੀ ਸੀ ਕਿ ਨਸ਼ੇ ਮਾਫੀਏ ਨੂੰ ਅਸੀਂ ਖਤਮ ਕਰ ਦਿਆਂਗੇ। ਅਸੀਂ ਗੱਲ ਕੀਤੀ ਸੀ ਕਿ ਜੋ ਨਜਾਇਜ਼ ਮਾਈਨਿੰਗ ਕਰਦੇ ਲੋਕ ਆ ਉਹਨਾਂ ਨੂੰ ਖਤਮ ਕਰ ਦਿਆਂਗੇ। ਉਹਨਾਂ ਦਾ ਸਾਰਾ ਤਾਮਜਾਮਾ ਜਿਹੜਾ ਉਹ ਪੱਟ ਕੇ ਅਸੀਂ ਸੁੱਟ ਦੇਣਾ। ਪਰ ਹੋਇਆ ਇਸ ਮਾਮਲੇ ਦੇ ਉੱਤੇ ਕੁਝ ਵੀ ਨਹੀਂ। ਇਸ ਕਰਕੇ ਕਿਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਜੋ ਹੁਣ SIT ਦੇ ਵੱਲੋਂ ਕਾਰਵਾਈ ਤੇਜ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਲੋਕਾਂ ਦਾ ਭਰੋਸਾ ਜਿੱਤਣ ਦੇ ਲਈ ਜਾਂ ਵੋਟਾਂ ਨੇੜੇ ਆਉਂਦੀਆਂ ਦੇਖ ਕੇ ਅਸੀਂ ਕੋਈ ਨਾ ਕੋਈ ਕਾਰਵਾਈ ਪਾ ਕੇ ਤੇ ਲੋਕਾਂ ਦੇ महबूब बन सकीए, ਇਹਦੇ ਲਈ ਤਾਂ ਨਹੀਂ ਕਾਰਵਾਈ ਕੀਤੀ ਜਾ ਰਹੀ। ਇਹ ਆਉਣ ਵਾਲੇ ਵਕਤ ਨੇ ਬਹੁਤ ਕੁਝ ਬਿਆਨ ਕਰਨਾ। ਪਹਿਲਾਂ ਜੋ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਗਿਆ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਜਾਂ ਹੋਰ ਵੱਖ-ਵੱਖ ਕੇਸਾਂ ਦੇ ਮਾਮਲੇ ਦੇ ਵਿੱਚ, ਉਹਦੇ ਮੁਤਲਕ ਖਬਰ ਸਾਂਝੀ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਲਈ ਚੋਰੀ ਕੀਤੇ ਗਏ ਸਰੂਪ ਦੇ ਮਾਮਲੇ ਦੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ SIT ਨੇ ਨਾਮਜ਼ਦ ਕਰ ਲਿਆ ਤੇ ਉਸ ਨੂੰ ਪੁੱਛਗਿੱਛ ਦੇ ਲਈ ਸੁਨਾਰੀਆ ਜੇਲ੍ਹ ਦੇ ਵਿੱਚੋਂ ਲਿਆਉਣ ਦੇ ਲਈ ਪ੍ਰੋਡਕਸ਼ਨ ਵਾਰੰਟ ਲਏ ਜਾਣਗੇ। ਇਹ ਜਾਣਕਾਰੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ IG ਰਣਬੀਰ ਸਿੰਘ ਖੱਟੜਾ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਵਿੱਚੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਮਾਮਲੇ ਵਿੱਚ ਦਰਜ FIR ਨੰਬਰ 93 ਦੇ ਵਿੱਚ ਜਿਹੜੇ 7 ਡੇਰਾ ਪ੍ਰੇਮੀ ਗ੍ਰਿਫਤਾਰ ਕੀਤੇ ਗਏ ਸਨ, ਉਹਨਾਂ ਤੋਂ 2 ਦਿਨ ਹੋਈ ਪੁੱਛਗਿੱਛ ਤੇ ਨਿਸ਼ਾਨਦੇਹੀ ਦੇ ਆਧਾਰ ਦੇ ਉੱਤੇ ਡੇਰਾ ਮੁਖੀ ਸਮੇਤ 3 ਹੋਰ ਡੇਰੇ ਨਾਲ ਸੰਬੰਧਿਤ ਕੌਮੀ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਗਏ ਨੇ ਤੇ ਇਹਨਾਂ 11 ਵਿਅਕਤੀਆਂ ਦੇ ਨਾਂ ਸ਼ਾਮਲ ਕਰਕੇ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਪ੍ਰੇਮੀਆਂ ਨੇ ਮੰਨਿਆ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਕਰਨ ਤੇ ਬੇਅਦਬੀ ਕਰਨ ਦੇ ਲਈ ਡੇਰੇ ਦੇ ਉੱਚ ਆਗੂਆਂ ਦੇ ਵੱਲੋਂ ਸੰਦੇਸ਼ ਆਉਂਦੇ ਰਹੇ ਨੇ ਤੇ ਇਸੇ ਆਧਾਰ ਦੇ ਉੱਤੇ ਹੀ ਉਹ ਕਾਰਵਾਈ ਕਰਦੇ ਰਹੇ ਨੇ। ਖੱਟੜਾ ਨੇ ਕਿਹਾ ਕਿ ਡੇਰਾ ਮੁਖੀ ਸਮੇਤ ਦੂਜੇ 3 ਪ੍ਰਮੁੱਖ ਆਗੂਆਂ ਨੂੰ
ਪੁੱਛਗਿੱਛ ਦੇ ਵਿੱਚ ਸ਼ਾਮਲ ਕਰਨ ਦੇ ਲਈ ਟੀਮ ਨੇ ਵੱਖ-ਵੱਖ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਾਈ ਹੋਈ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਚਾਰਾਂ ਦੀ ਪੁੱਛਗਿੱਛ ਤੋਂ ਕਈ ਹੋਰ ਅਹਿਮ ਵਿਅਕਤੀਆਂ ਦੇ ਨਾਂ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮੌਕੇ SIT ਦੇ ਆਗੂ DSP ਲਖਵੀਰ ਸਿੰਘ ਤੇ ਇੰਸਪੈਕਟਰ ਦਲਬੀਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ SIT ਦੇ ਵੱਲੋਂ ਹੁਣ ਕਾਲੇ ਕਦਮੀ ਕਾਰਵਾਈ ਕੀਤੀ ਜਾ ਰਹੀ ਹੈ, ਸ਼ਾਇਦ ਕਿਸੇ ਨਤੀਜੇ ਦੇ ਉੱਤੇ ਪਹੁੰਚਣ ਦੀ ਖਿੱਚ ਵੀ ਹੋਵੇ, ਪਰ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚੋਂ ਭਰੋਸਾ ਖਤਮ ਹੋਇਆ ਉਹਨੂੰ ਵੀ ਅਸੀਂ ਵਿਸਾਰ ਨਹੀਂ ਸਕਦੇ, ਕਿਉਂਕਿ ਲੋਕਾਂ ਨੂੰ ਜਿਹੜੀਆਂ ਗੱਲਾਂ ਦੀ ਆਸ ਕੈਪਟਨ ਸਰਕਾਰ ਤੋਂ ਸੀ, ਹਾਲ ਦੀ ਘੜੀ ਤਾਂ ਉਹ ਆਸਾਂ ਤਿੜਕੀਆਂ ਹੀ ਆ ਤੇ ਕੱਲ ਨੂੰ ਇਹ ਆਸਾਂ ਜੋੜ ਦਿੱਤੀਆਂ ਜਾਣ, ਇਹਨਾਂ ਆਸਾਂ ਨੂੰ ਬੂਰ ਪੈ ਜਾਵੇ, ਇਸ ਗੱਲ ਦੇ ਬਾਬਤ ਹਾਲ ਦੀ ਘੜੀ ਕੋਈ ਭਵਿੱਖਬਾਣੀ ਕਰ ਨਹੀਂ ਸਕਦੇ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਆਪਾਂ ਜਾਣਦੇ ਕਿ ਸਾਧਵੀ ਜਬਰ ਜਨਾਹ ਮਾਮਲੇ ਦੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ। 20 ਸਾਲ ਦੀ ਉਹਨੂੰ ਸਜ਼ਾ ਹੋਈ ਹੈ। ਉਹਦੀ ਜਿਹੜੀ ਮੂੰਹ ਬੋਲੀ ਧੀ ਆ ਉਹ ਅੰਬਾਲੇ ਦੀ ਜੇਲ੍ਹ ਦੇ ਵਿੱਚ ਸੀ, ਪਰ ਉਹਨੂੰ ਜ਼ਮਾਨਤ ਮਿਲ ਗਈ। ਡੇਰਾ ਮੁਖੀ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਜ਼ਮਾਨਤ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਉਹਨੂੰ ਬੇਲ ਮਿਲ ਜਾਵੇ, ਉਹਨੂੰ ਪੈਰੋਲ ਮਿਲ ਜਾਵੇ, ਇਹਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਸਮੇਂ-ਸਮੇਂ ਦੇ ਉੱਤੇ ਵੱਖੋ ਵੱਖਰੇ ਕਾਰਨ ਬਣੇ। ਕਦੇ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤੇ ਗਏ ਵਿਰੋਧ ਦਾ ਕਾਰਨ ਤੇ ਕਦੇ ਕੁਝ ਹੋਰ ਨਿੱਜੀ ਕਾਰਨ ਬਣੇ, ਜਿਹਦੇ ਕਰਕੇ ਡੇਰਾ ਮੁਖੀ ਨੂੰ ਜ਼ਮਾਨਤ ਹਾਲੇ ਤੱਕ ਨਹੀਂ ਮਿਲੀ। ਪਰ ਇਹ ਜ਼ਮਾਨਤ ਕਿੰਨੀ ਕੁ ਦੇਰ ਨਹੀਂ ਮਿਲੂਗੀ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਪਰ ਹੁਣ ਜਿਸ ਤਰੀਕੇ ਨਾਲ ਬੁਰਜ ਜਵਾਹਰ ਸਿੰਘ ਵਾਲਾ ਮਾਮਲੇ ਦੇ ਵਿੱਚ ਡੇਰਾ ਮੁਖੀ ਨੂੰ ਵੀ ਨਾਮਜ਼ਦ ਕੀਤਾ ਗਿਆ, ਇਹ ਡੇਰਾ ਪ੍ਰੇਮੀਆਂ ਦੇ ਉੱਤੇ ਵੀ ਸਵਾਲ ਖੜਾ ਕੀਤਾ ਗਿਆ ਤੇ ਡੇਰਾ ਪ੍ਰੇਮੀਆਂ ਦਾ ਇੱਕ ਹਿੱਸਾ ਇਹ ਗੱਲ ਕਹਿ ਰਿਹਾ ਕਿ ਰਾਜਨੀਤੀ ਤੋਂ ਪ੍ਰੇਰਿਤ ਇਹ ਸਾਰਾ ਕੁਝ ਹੋ ਰਿਹਾ। ਚਲੋ ਉਹ ਉਸ ਮੁਹਿੰਮ ਦੇ ਨਾਲ, ਉਹ ਉਸ ਡੇਰੇ ਦੇ ਨਾਲ ਜੁੜੇ ਹੋਏ ਆ, ਇਸ ਕਰਕੇ ਅਸੀਂ ਉਹਨਾਂ ਦੀ ਗੱਲ ਨੂੰ ਉਸ ਪ੍ਰਸੰਗ ਦੇ ਵਿੱਚ ਨਹੀਂ ਲੈਂਦੇ। ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਕਿ ਜਿਹੜੇ ਹੁਣ 7 ਡੇਰਾ ਪ੍ਰੇਮੀ ਗ੍ਰਿਫਤਾਰ ਕੀਤੇ ਗਏ, ਉਹਨਾਂ ਦੇ ਵਿੱਚੋਂ 2 ਜਣਿਆਂ ਨੂੰ ਜ਼ਮਾਨਤ ਮਿਲ ਗਈ ਤੇ ਜਿਹੜੇ ਉਹਦੇ ਵਿੱਚੋਂ ਹੁਣ ਬਾਕੀਆਂ ਨੂੰ ਤੁਸੀਂ ਰਿਮਾਂਡ ਦੇ ਉੱਤੇ ਲਿਆ ਤੇ ਉਹਦੇ ਬਾਬਤ ਜੋ ਨਵੀਆਂ ਖਬਰਾਂ ਆ ਰਹੀਆਂ ਕਿ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਆ, ਉਹਨਾਂ ਨੇ ਇਹ ਗੱਲ ਆਪਣੇ ਮੂੰਹੋਂ ਕਬੂਲੀ ਹੈ ਕਿ ਸਾਨੂੰ ਸਿਰਸੇ ਵਾਲੇ ਡੇਰੇ ਦੇ ਵਿੱਚੋਂ ਹੁਕਮ ਆਉਂਦੇ ਸੀ। ਵੱਡੇ ਆਗੂਆਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਕਿ ਤੁਸੀਂ ਆਹ ਕੁਝ ਕਰਨਾ ਤੇ ਆਹ ਕੁਝ ਇਸ ਪ੍ਰਸੰਗ ਦੇ ਵਿੱਚ ਹੋਣਾ ਚਾਹੀਦਾ। ਇਹ ਗੱਲਾਂ ਜਿਹੜੀਆਂ, ਇਹ ਤੈਅ ਜਿਹੜੀਆਂ ਜੇਕਰ ਹੁਣ 4-5 ਸਾਲਾਂ ਬਾਅਦ ਖੁੱਲਣੀਆਂ ਸ਼ੁਰੂ ਹੋਈਆਂ ਤਾਂ ਕੀ ਇਹ ਉਸ ਵੇਲੇ ਨਹੀਂ ਸੀ ਖੁੱਲ੍ਹ ਸਕਦੀਆਂ ਜਦੋਂ ਕਿ ਕੈਪਟਨ ਸਰਕਾਰ ਸੱਤਾ ਦੇ ਵਿੱਚ ਆਈ ਸੀ। ਆਪਾਂ ਜਾਣਦੇ ਕਿ ਜਸਟਿਸ ਜ਼ੋਰਾ ਸਿੰਘ ਤੋਂ ਲੈ ਕੇ ਉਸ ਤੋਂ ਬਾਅਦ ਵਾਲੀਆਂ ਜਿੰਨੀਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ, ਫਿਰ ਉਸ ਤੋਂ ਬਾਅਦ SIT ਦੇ ਉੱਤੇ SIT ਬਣਾਈ ਗਈ। ਕਹਿਣ ਦਾ ਭਾਵ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਝੋਲ ਆਏ, ਇਸ ਮਾਮਲੇ ਦੇ ਵਿੱਚ ਬਹੁਤ ਸਾਰੀ ਰਾਜਨੀਤੀ ਹੁਣ ਤੱਕ ਸਾਹਮਣੇ ਆਈ ਹੈ। ਸ਼ਾਇਦ ਤੁਹਾਨੂੰ ਚੇਤੇ ਹੋਵੇ ਕਿ ਬਰਗਾੜੀ ਦੇ ਵਿੱਚ ਇੱਕ ਬਹੁਤ ਵੱਡਾ ਮੋਰਚਾ ਵੀ ਲੱਗਿਆ ਸੀ। ਉਸ ਮੋਰਚੇ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬੜੀ ਭਰਵੀਂ ਸ਼ਮੂਲੀਅਤ ਕੀਤੀ ਸੀ। ਲੋਕ ਸਵੇਰ ਤੋਂ ਜਾ ਕੇ ਰਾਤ ਤੱਕ ਉੱਥੇ ਸਤਨਾਮ ਵਾਹਿਗੁਰੂ ਦਾ ਪਾਠ ਵੀ ਕਰਦੇ ਸੀ। ਲੋਕ ਇਸੇ ਗੱਲ ਕਰਕੇ ਕੁਝ ਕਰਦੇ ਸੀ ਤਾਂ ਜੋ ਸਾਨੂੰ ਇਸ ਮਾਮਲੇ ਦੇ ਵਿੱਚ ਇਨਸਾਫ ਮਿਲ ਜਾਵੇ, ਪਰ ਬਾਅਦ ਦੇ ਵਿੱਚ ਜਿਨ੍ਹਾਂ ਨੇ ਇਨਸਾਫ ਦਿਵਾਉਣ ਦੇ ਲਈ ਅਗਵਾਈ ਕਰਨੀ ਸੀ ਉਹ ਆਪਸ ਦੇ ਵਿੱਚ ਪਾਟ ਗਏ ਸੀ। ਧਿਆਨ ਸਿੰਘ ਮੰਡ ਹੋਰਾਂ ਨੇ ਉੱਤੇ ਬਲਜੀਤ ਸਿੰਘ ਦਾਦੂਵਾਲ ਨੇ ਕਿਵੇਂ ਦੋਸ਼ ਲਾਏ, ਇਹ ਗੱਲ ਭੁੱਲੀ ਨਹੀਂ ਜਾ ਸਕਦੀ। ਤੇ ਹੁਣ ਇੱਕ ਵਾਰ ਫਿਰ ਧਿਆਨ ਸਿੰਘ ਮੰਡ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹ ਜਾਣਦੇ ਹਾਂ ਕਿ ਸੂਬਾ ਦੀ ਸਰਕਾਰ ਹੈ ਜਿਹੜੀ ਉਹ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਕਰ ਰਹੀ ਤੇ ਜੇਕਰ 2 ਮਹੀਨੇ ਦੇ ਵਿੱਚ ਪੰਜਾਬ ਦੀ ਵਰਤਮਾਨ ਸਰਕਾਰ ਨੇ ਬੇਅਦਬੀ ਮਾਮਲੇ ਦੇ ਵਿੱਚ ਸਿੱਖ ਸੰਗਤ ਨੂੰ ਇਨਸਾਫ ਨਾ ਦਿੱਤਾ ਤਾਂ ਉਸੇ ਥਾਂ ਦੇ ਉੱਤੇ ਅਸੀਂ ਧਰਨਾ ਮੁੜ ਕੇ ਲਾਉਣ ਦੇ ਲਈ ਮਜਬੂਰ ਹੋਵਾਂਗੇ, ਉਹ ਵੀ ਅਣਮਿੱਥੇ ਸਮੇਂ ਦਾ। ਹੁਣ ਮੰਡ ਸਾਹਿਬ ਨੂੰ ਬੇਨਤੀ ਇਹ ਹੈ ਕਿ ਕਾਠ ਦੀ ਹਾਂਡੀ ਆ ਜਿਹੜੀ ਉਹ ਵਾਰ-ਵਾਰ ਨਹੀਂ ਚੜ੍ਹਦੀ। ਇੱਕ ਵਾਰ ਲੋਕਾਂ ਨੇ ਭਰੋਸਾ ਕੀਤਾ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ। ਜੇਕਰ ਆਪਾਂ ਅੱਜ ਇੱਕ ਵਾਰ ਫਿਰ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੰਦੇ ਆ, ਜੇਕਰ ਆਪਾਂ ਅੱਜ ਇੱਕ ਵਾਰ ਫਿਰ ਧਰਨਾ ਲਾਉਣਾ ਸ਼ੁਰੂ ਕਰ ਦਿੰਦੇ ਆ ਤਾਂ ਇਹ ਗੱਲ ਭੁੱਲ ਜਾਣੀ ਚਾਹੀਦੀ ਹੈ ਕਿ ਲੋਕ ਪਹਿਲਾਂ ਵਾਂਗ ਉੱਥੇ ਪਹੁੰਚਣਗੇ। ਲੋਕਾਂ ਨੇ ਜਿਸ ਤਰੀਕੇ ਨਾਲ ਭਰੋਸਾ ਕੀਤਾ ਸੀ ਤੇ ਜਿਸ ਤਰੀਕੇ ਨਾਲ ਭਰੋਸਾ ਤੋੜਿਆ ਗਿਆ, ਉਹ ਹੁਣ ਵਾਰ-ਵਾਰ ਜੁੜਨਾ ਨਹੀਂ। ਅਜੇ ਵੀ ਆਪਾਂ ਜਾਣਦੇ ਆ ਕਿ ਜਿਹੜੇ ਸਰਬੱਤ ਖਾਲਸਾ ਦੇ ਵਿੱਚ ਥਾਪੇ ਗਏ ਜਥੇਦਾਰ ਆ, ਉਹਨਾਂ ਦੇ ਵਿੱਚੋਂ ਕਈਆਂ ਦੇ ਵਿੱਚ ਇੱਕ ਸੁਰਤਾ ਨਹੀਂ। ਸੋ ਸਾਡੀ ਸਿੱਖ ਕੌਮ ਦੇ ਵਿੱਚ, ਸਾਡੇ ਭਾਈਚਾਰੇ ਦੇ ਵਿੱਚ ਇੱਕ ਨਹੀਂ ਬਹੁਤ ਸਾਰੀਆਂ ਆਪਣੇ ਹੀ ਲੋਕਾਂ ਦੇ ਵੱਲੋਂ ਸਮੱਸਿਆਵਾਂ ਪੈਦਾ ਕੀਤੀਆਂ ਗਈਆਂ, ਜਿਹਦੇ ਕਰਕੇ ਅੱਜ ਤੱਕ ਇਨਸਾਫ ਸਹੀ ਅਰਥਾਂ ਦੇ ਵਿੱਚ ਨਹੀਂ ਮਿਲਿਆ। ਕੋਈ ਰਾਜਨੀਤਿਕ ਬੋਲੀ ਬੋਲਣ ਲੱਗ ਪੈਂਦਾ, ਕੋਈ ਅੰਦਰ ਖਾਤੇ ਸਰਕਾਰ ਦੀ ਬੁੱਕਲ ਦੇ ਵਿੱਚ ਬਹਿ ਜਾਂਦਾ ਤੇ ਉਹਦਾ ਕਹਿੰਦਾ ਜੀ ਕਿ ਮੈਂ ਇਨਸਾਫ ਦਿਵਾਉਣ ਦੇ ਲਈ ਬਹੁਤ ਵੱਡੀ ਲੜਾਈ ਲੜ ਰਿਹਾ। ਇਹਦੇ ਕਰਕੇ ਵੀ ਬਹੁਤ ਵੱਡਾ ਨੁਕਸਾਨ ਹੁਣ ਤੱਕ ਹੋਇਆ। ਆਉਂਦੇ ਸਮੇਂ ਦੇ ਵਿੱਚ ਕਿਹਨੇ ਇਸ ਮਾਮਲੇ ਦੇ ਉੱਤੇ ਕੀ ਰਾਜਨੀਤੀ ਕਰਨੀ ਆ ਕੁਝ ਕਹਿ ਨਹੀਂ ਸਕਦੇ, ਪਰ ਇਸ ਵਕਤ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਮੁੱਦਾ ਚੁੱਕਿਆ ਜਾ ਰਿਹਾ ਕਿ ਸੂਬੇ ਦੀ ਸਰਕਾਰ ਦੇ ਵੱਲੋਂ ਕੀਤੇ ਗਏ ਵਾਅਦਿਆਂ ਦੇ ਵਿੱਚੋਂ ਕੁਝ ਵੀ ਪੂਰਾ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਨੇ ਅੱਜ ਇਹ ਵੀ ਗੱਲ ਕਹੀ ਹੈ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲੋਕਾਂ ਦੀਆਂ ਅੱਖਾਂ ਨੂੰ ਠੰਡਿਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨੂੰ ਵੀ ਨਾਮਜ਼ਦ ਕਰ ਲਿਆ, ਅਸੀਂ ਉਹਨੂੰ ਵੀ ਗ੍ਰਿਫਤਾਰ ਕਰ ਲਿਆ, ਅਸੀਂ ਉਹਨੂੰ ਵੀ ਰਿਮਾਂਡ ਦੇ ਉੱਤੇ ਲੈ ਲਿਆ। ਚਲੋ ਅਸੀਂ ਇਹ ਵੀ ਮੰਨ ਲੈਂਦੇ ਹਾਂ ਕਿ ਉਹਨਾਂ ਨੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦਿਆਂ ਇਹੋ ਜਿਹੇ ਦੋਸ਼ ਲਾਉਣੇ ਹੀ ਆ, ਪਰ ਜੋ ਸੱਚ ਹੈ
ਉਹ ਵੀ ਆਪਣੇ ਸਭ ਦੇ ਸਾਹਮਣੇ ਆ, ਕਿਉਂਕਿ ਲੋਕਾਂ ਦੀ ਵੀ ਮੰਗ ਸਮੇਂ ਤੇ ਇਹੀ ਰਹੀ ਹੈ। ਸਾਢੇ 3 ਸਾਲਾਂ ਤੋਂ ਇਹੀ ਮੰਗ ਰਹੀ ਹੈ ਕਿ ਬੇਅਦਬੀ ਮਾਮਲੇ ਦੇ ਵਿੱਚ ਇਨਸਾਫ ਮਿਲਣਾ ਚਾਹੀਦਾ। ਜਿਹੜੇ ਵੀ ਅਸਲ ਦੋਸ਼ੀ ਆ ਉਹ ਸਿੱਖਾਂ ਦੇ ਪਿੱਛੇ ਹੋਣੇ ਚਾਹੀਦੇ ਆ, ਤੇ ਜਿਨ੍ਹਾਂ ਨੂੰ ਸਿੱਖਾਂ ਦੇ ਪਿੱਛੇ ਕਰਨਾ ਉਹਨਾਂ ਦੇ ਮਾਮਲੇ ਦੇ ਉੱਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸੋ ਹੁਣ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕਰ ਲੈਣਾ ਕਿਹੜੇ ਮਾਮਲੇ ਦਾ ਮੋੜ ਕਟਾਉਣ ਵਾਲੀ ਗੱਲ ਹੈ। ਇਸ ਮਾਮਲੇ ਦੇ ਵਿੱਚ ਨਵੀਂ ਸੱਚਾਈ ਕੀ ਸਾਹਮਣੇ ਆਊਗੀ ਤੇ SIT ਦੇ ਵੱਲੋਂ ਅਗਲੇਰੀ ਕਾਰਵਾਈ ਕੀ ਪਾਈ ਜਾਊਗੀ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਹੈ। ਨਿਹੰਗ ਸਿੰਘਾਂ ਨੂੰ ਅਸੀਂ ਗੁਰੂ ਦੀ ਲਾਡਲੀ ਫੌਜ ਕਹਿੰਦੇ ਆ, ਕਹਿਣਾ ਵੀ ਚਾਹੀਦਾ। ਸਾਨੂੰ ਨਿਹੰਗ ਸਿੰਘ ਜਥੇਬੰਦੀਆਂ ਦੇ ਉੱਤੇ ਕੋਈ ਸ਼ੱਕ ਨਹੀਂ, ਪਰ ਕੁਝ ਇੱਕ ਜਥੇਬੰਦੀਆਂ ਦੇ ਵੱਲੋਂ ਤੇ ਕੁਝ ਇੱਕ ਨਿਹੰਗ ਸਿੰਘਾਂ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਇਹੋ ਜਿਹੀ ਗੱਲ ਕੀਤੀ ਗਈ ਹੈ ਜਿਹਦੇ ਉੱਤੇ ਕਿੰਤੂ ਜ਼ਰੂਰ ਹੋਇਆ। ਹਾਲਾਂਕਿ ਗੁਰੂ ਦੀ ਲਾਡਲੀ ਫੌਜ ਦੇ ਉੱਤੇ ਕਿੰਤੂ ਕਰਨ ਦਾ ਅਧਿਕਾਰ ਨਹੀਂ, ਪਰ ਜਦੋਂ ਅੱਜ ਬਦਲਦੇ ਪ੍ਰਸੰਗ ਦੇ ਵਿੱਚ ਕੁੱਲ ਦੁਨੀਆ ਬਦਲੀ ਹੈ, ਮਨੁੱਖ ਦੀਆਂ ਲੋੜਾਂ ਬਦਲੀਆਂ, ਧਾਰਮਿਕ ਆਧਾਰ ਦੇ ਉੱਤੇ ਅਸੀਂ ਬਹੁਤ ਕੁਝ ਨਵਾਂ ਦੇਖ ਰਹੇ ਹਾਂ। ਲੋਕ ਇਹ ਗੱਲ ਕਹਿੰਦੇ ਆ ਕਿ ਅਸੀਂ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ, ਤਾਂ ਉਸ ਵਕਤ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ ਬੈਠੇ ਕੁਝ ਇੱਕ ਲੋਕ ਗਲਤ ਕੰਮ ਕਰਦੇ ਆ, ਜਦੋਂ ਉਹ ਵੀ ਰਾਜਨੀਤਿਕ ਲੋਕਾਂ ਦੇ ਵਾਂਗੂ ਕੁਰਸੀਆਂ ਦੇ ਭੁੱਖੇ ਦਿਖਾਈ ਦਿੰਦੇ ਆ, ਜਦੋਂ ਉਹ ਵੀ ਕੋਈ ਅਸੱਭਿਅਕ ਕੰਮ ਕਰਦੇ ਆ, ਤਾਂ ਉਹਦੇ ਉੱਤੇ ਵੀ ਸਵਾਲ ਉਵੇਂ ਹੋਣਾ ਚਾਹੀਦਾ ਜਿਵੇਂ ਕਿ ਬਾਕੀ ਲੋਕਾਂ ਦੇ ਉੱਤੇ ਹੁੰਦਾ। ਭਾਵੇਂ ਉਹ ਲੀਡਰ ਆ, ਭਾਵੇਂ ਉਹ ਪੱਤਰਕਾਰ ਆ, ਭਾਵੇਂ ਉਹ ਵਪਾਰੀ ਆ, ਤੇ ਭਾਵੇਂ ਉਹ ਡਾਕਟਰ ਹੈ, ਉਸੇ ਤਰੀਕੇ ਨਾਲ ਇੱਧਰ ਹੋਣਾ ਚਾਹੀਦਾ। ਗੱਲ ਇੱਕ ਧਰਮ ਦੀ ਨਹੀਂ, ਗੱਲ ਇੱਕ ਮਨੁੱਖ ਦੀ ਆ। ਤੇ ਗੱਲ ਇਹ ਹੈ ਕਿ ਬਦਲਦੇ ਪ੍ਰਸੰਗ ਦੇ ਵਿੱਚ ਮਨੁੱਖ ਦੇ ਜ਼ਿੰਮੇ ਬਹੁਤ ਕੁਝ ਆਇਆ। ਜੇਕਰ ਉਹ ਮਨੁੱਖ ਹੋਣ ਦੇ ਨਾਤੇ ਉਹ ਸਾਰੇ ਕੰਮਕਾਜ ਕਰੇ, ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਦੇ ਨਾਲ ਨਿਭਾਵੇ, ਤਾਂ ਇਹਦੇ ਵਰਗੀ ਰੀਸ ਕੋਈ ਨਹੀਂ। ਧਾਰਮਿਕ ਭਾਵਨਾਵਾਂ ਭੜਕਣੀਆਂ ਨਹੀਂ ਚਾਹੀਦੀਆਂ ਤੇ ਧਾਰਮਿਕ ਭਾਵਨਾਵਾਂ ਦੇ ਉੱਤੇ ਸੱਟ ਵੀ ਨਹੀਂ ਮਾਰਨੀ ਚਾਹੀਦੀ, ਪਰ ਬਦਲਦੇ ਪ੍ਰਸੰਗ ਨੂੰ ਸਮਝਣਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਤੇ ਕਈ ਵਾਰ ਅਸੀਂ ਇਸ ਗੱਲ ਨੂੰ ਸਮਝੇ ਤੋਂ ਬਿਨਾਂ ਹੀ ਜੋ ਮਨ ਦੇ ਵਿੱਚ ਆਉਂਦਾ ਉਹ ਬਿਆਨ ਕਰਦੇ ਹਾਂ, ਜਿਹੜਾ ਕਿ ਕਈ ਵਾਰ ਤੱਥਾਂ ਤੋਂ ਸਖਣਾ ਹੁੰਦਾ, ਜਿਹੜਾ ਕਿ ਇੱਕ ਧਾਰਨਾ ਵਿਸ਼ੇਸ਼ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦਾ। ਪਰ ਇਸ ਵਕਤ ਧਾਰਨਾਵਾਂ ਤੋੜਨ ਦੀ ਵੀ ਜ਼ਰੂਰਤ ਹੈ। ਇਸ ਵਕਤ ਇਹ ਗੱਲ ਤਾਂ ਮਹੱਤਵਪੂਰਨ ਜਾਪਦੀ ਹੈ ਕਿਉਂਕਿ ਅੱਜ ਬਟਾਲੇ ਦੇ ਵਿੱਚ ਇੱਕ ਡੇਰੇ ਦੇ ਉੱਤੇ ਕਬਜ਼ਾ ਕਰਨ ਦੇ ਲਈ ਦੋਵਾਂ ਧਿਰਾਂ ਦੇ ਵਿੱਚ ਗੋਲੀਆਂ ਚੱਲੀਆਂ। ਇੱਕ ਨਿਹੰਗ ਸਿੰਘ ਦੀ ਮੌਤ ਹੋਈ ਹੈ, 4-5 ਨਿਹੰਗ ਸਿੰਘ ਆ ਜਿਹੜੇ ਉਹ ਜ਼ਖਮੀ ਹੋਏ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇਕਰ ਨਿਹੰਗ ਸਿੰਘ ਵੀ ਡੇਰਿਆਂ ਦੇ ਉੱਤੇ ਕਬਜ਼ਾ ਕਰਨ ਦੇ ਲਈ ਇੱਦਾਂ ਗੋਲੀਆਂ ਚਲਾਉਣਗੇ, ਤਾਂ ਕੀ ਜਿਹੜੀਆਂ ਵੱਖ-ਵੱਖ ਨਿਹੰਗ ਸਿੰਘ ਸੰਪਰਦਾਵਾਂ ਜਥੇਬੰਦੀਆਂ ਬਣੀਆਂ ਹੋਈਆਂ, ਉਹਨਾਂ ਦੇ ਵੱਲੋਂ ਹੁਣ ਇਹ ਗੱਲ ਕਹੀ ਜਾਊਗੀ ਕਿ ਇਹਨਾਂ ਲੋਕਾਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ, ਇਹ ਗਲਤ ਨਿਹੰਗ ਸਿੰਘ ਆ, ਇਹ ਜਾਲੀ ਨਿਹੰਗ ਸਿੰਘ ਆ। ਆਪਾਂ ਜਾਣਦੇ ਕਿ ਜਦੋਂ ਪਟਿਆਲੇ ਦੀ ਸਬਜ਼ੀ ਮੰਡੀ ਦੇ ਵਿੱਚ ਹਰਜੀਤ ਸਿੰਘ ਦਾ ਹੱਥ ਲਾ ਦਿੱਤਾ ਗਿਆ ਸੀ, ਉਦੋਂ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਨੇ ਇਹ ਗੱਲ ਕਹੀ ਸੀ ਆਪਣੀ ਸਾਖ ਬਚਾਉਣ ਦੇ ਲਈ ਕਿ ਇਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਇਹ ਤਾਂ ਬਾਣੇ ਦੇ ਭੇਸ ਦੇ ਵਿੱਚ ਬਦਮਾਸ਼ ਆ। ਸੋ ਉਸ ਤੋਂ ਬਾਅਦ ਜਿਹੜੀ ਹੁਣ ਸਾਹਮਣੇ ਆਈ ਹੈ ਗੱਲ, ਜਦੋਂ ਗੋਲੀਆਂ ਚੱਲੀਆਂ, ਜਦੋਂ ਇੱਕ ਜਣੇ ਦੀ ਮੌਤ ਹੋ ਜਾਂਦੀ ਹੈ, ਜਦੋਂ ਕਈ ਜਣੇ ਜ਼ਖਮੀ ਹੁੰਦੇ ਆ, ਤਾਂ ਹੁਣ ਕਿਹੜੀ ਜਥੇਬੰਦੀ ਬੋਲੂ? ਸਵਾਲਾਂ ਦਾ ਸਵਾਲ ਇਹ ਵੀ ਆ। ਹਾਲਾਂਕਿ ਫਿਰ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜੇ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਪਾਏ ਗਏ ਪੂਰਨਿਆਂ ਦੇ ਉੱਤੇ ਚੱਲਦੇ ਆ, ਜਿਹੜੇ ਲੋਕ ਲਾਲਚ ਦੀ ਥਾਂ ਦੇ ਉੱਤੇ ਮਨੁੱਖਤਾ ਦੇ ਬਾਰੇ ਸੋਚਦੇ ਆ, ਜਿਹੜੇ ਕਿ ਜ਼ਬਰ ਜ਼ੁਲਮ ਦੇ ਖਿਲਾਫ ਅਸਲ ਅਰਥਾਂ ਦੇ ਵਿੱਚ ਟਾਕਰਾ ਕਰਦੇ ਆ, ਸਾਡੇ ਮਨ ਦੇ ਵਿੱਚ ਉਹਨਾਂ ਦੇ ਲਈ ਬਹੁਤ ਜ਼ਿਆਦਾ ਸਤਿਕਾਰ ਆ। ਪਰ ਜਿਹੜੇ ਲੋਕ ਜ਼ਮੀਨਾਂ ਦੇ ਟੋਟਿਆਂ ਦੇ ਪਿੱਛੇ ਲੜਾਈ ਲੜਦੇ ਆ, ਉਹਨਾਂ ਦਾ ਸਤਿਕਾਰ ਕਿਹੜੀ ਗੱਲੋਂ ਕੀਤਾ ਜਾਵੇ? ਸਵਾਲਾਂ ਦਾ ਸਵਾਲ ਇਹ ਵੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕਿੰਨੇ ਨਿਹੰਗ ਸਿੰਘਾਂ ਦੇ ਉੱਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ, ਤੇ ਫਿਰ ਇਹ ਗੱਲ ਸਾਂਝੀ ਕਰਦੇ ਹਾਂ ਕਿ ਆਪਸ ਦੇ ਵਿੱਚ ਰੌਲਾ ਕੀ ਆ। ਅੰਮ੍ਰਿਤਸਰ ਦੇ ਕਸਬੇ ਬਾਬਾ ਬਕਾਲਾ ਦੇ ਵਿੱਚ ਨਿਹੰਗ ਅਜੀਤ ਸਿੰਘ ਪੂਲਾ ਦੇ ਡੇਰੇ ਦੇ ਉੱਤੇ ਕਬਜ਼ੇ ਨੂੰ ਲੈ ਕੇ ਅੱਜ ਹਿੰਸਕ ਝੜਪ ਹੋਈ, ਜਿਸ ਵਿੱਚ ਇੱਕ ਨਿਹੰਗ ਸਿੰਘ ਦੀ ਮੌਤ ਹੋ ਗਈ ਤੇ ਕੁਝ ਨਿਹੰਗ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਭਾਵੇਂ ਪੁਲਿਸ ਨੇ ਇਸ ਸੰਬੰਧੀ ਨਿਹੰਗ ਅਜੀਤ ਸਿੰਘ ਪੂਲਾ ਦੇ ਡੇਰੇ ਦੇ ਉੱਤੇ ਹਮਲਾ ਕਰਨ ਵਾਲਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ, ਪਰ ਹਮਲਾਵਰਾਂ ਦਾ ਇੱਕ ਸਾਥੀ ਵੀ ਮਾਰਿਆ ਗਿਆ। ਇਸ ਸੰਬੰਧੀ ਅਜੀਤ ਸਿੰਘ ਪੂਲਾ ਦੇ ਭਾਣਜੇ ਦਿਲਪ੍ਰੀਤ ਸਿੰਘ ਡਿੰਪੀ ਨੇ ਕਿਹਾ ਕਿ ਉਹ ਅੱਜ ਆਪਣੇ ਪਰਿਵਾਰ ਦੇ ਨਾਲ ਡੇਰੇ ਦੇ ਵਿੱਚ ਸਥਿਤ ਘਰ ਦੇ ਵਿੱਚ ਸੌਂ ਰਹੇ ਸਨ ਕਿ ਅਚਾਨਕ ਉਹਨਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਹਨਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਰਣਜੀਤ ਸਿੰਘ ਰਣੀਆਂ ਨਾਂ ਦਾ ਨਿਹੰਗ ਆਪਣੇ ਨਾਲ 40-50 ਨਿਹੰਗ ਸਾਥੀ ਲੈ ਕੇ ਹਥਿਆਰਾਂ ਨਾਲ ਲੈਸ ਹੋ ਕੇ ਬਾਹਰ ਖੜਾ ਸੀ। ਉਹ ਲਗਾਤਾਰ ਉਹਨਾਂ ਦੇ ਘਰ ਵੱਲ ਗੋਲੀਆਂ ਚਲਾ ਰਿਹਾ ਸੀ। ਘਰ ਦੇ ਵਿੱਚ ਪੁਲਿਸ ਪਹਿਲਾਂ ਤੋਂ ਹੀ ਤਾਇਨਾਤ ਸੀ ਕਿਉਂਕਿ ਰਣਜੀਤ ਸਿੰਘ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਹਮਲੇ ਦਾ ਪਰਿਵਾਰ ਨੂੰ ਖਦਸ਼ਾ ਸੀ। ਦੂਜੇ ਪਾਸੇ ਹਿਰਾਸਤ ਦੇ ਵਿੱਚ ਲਏ ਗਏ ਜਥੇਦਾਰ ਰਣਜੀਤ ਸਿੰਘ ਰਣੀਆਂ ਦੇ ਸਾਥੀ ਥਾਣਾ ਬਿਆਸ ਵਿਖੇ ਮੌਜੂਦ ਸਨ। ਉਹਨਾਂ ਨੇ ਕਿਹਾ ਕਿ ਜਥੇਦਾਰ ਰਣੀਆਂ ਆਪਣੇ ਸਾਥੀਆਂ ਨਾਲ ਅੱਜ ਸਵੇਰੇ ਬਾਬਾ ਬਕਾਲਾ ਸਾਹਿਬ ਵਿਖੇ ਗੁਰਦੁਆਰੇ ਦੇ ਵਿੱਚ ਨਤਮਸਤਕ ਹੋਣ ਦੇ ਲਈ ਗਏ। ਅਜੀਤ ਸਿੰਘ ਪੂਲਾ ਦੇ ਡੇਰੇ ਦੇ ਬਾਹਰ ਕੁਝ ਸਮੇਂ ਵਾਸਤੇ ਆਰਾਮ ਕਰਨ ਲਈ ਬੈਠੇ ਤਾਂ ਪੂਲਾ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਅਚਾਨਕ ਫਾਇਰਿੰਗ ਕਰ ਦਿੱਤੀ ਗਈ। ਇਸ ਵਿੱਚ ਸੁਖਰਾਜ ਸਿੰਘ ਨਾਂ ਦਾ ਨਿਹੰਗ ਸਿੰਘ ਮਾਰਿਆ ਗਿਆ, ਜਦਕਿ ਬਾਕੀ 4-5 ਨਿਹੰਗ ਸਿੰਘ ਜ਼ਖਮੀ ਹੋ ਗਏ। ਜਥੇਦਾਰ ਰਣੀਆਂ ਦੇ ਸਾਥੀਆਂ ਨੇ ਕਿਹਾ ਕਿ ਇਹ ਡੇਰਾ ਅਜੀਤ ਸਿੰਘ ਪੂਲਾ ਦਾ ਹੈ ਤੇ ਜਥੇਦਾਰ ਰਣੀਆਂ ਲੰਮੇ ਸਮੇਂ ਤੋਂ ਅਜੀਤ ਸਿੰਘ ਪੂਲਾ ਦੇ ਸਾਥੀ ਰਹੇ ਨੇ, ਇਸ ਕਰਕੇ ਉਹਨਾਂ ਦਾ ਹੱਕ ਬਣਦਾ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਉਹਨਾਂ ਦੇ ਸਾਥੀਆਂ ਨੂੰ ਹਿਰਾਸਤ ਦੇ ਵਿੱਚ ਜਾਣਬੁੱਝ ਕੇ ਲਿਆ ਗਿਆ। ਸਾਡੇ ਮਾਰੇ ਗਏ ਨਿਹੰਗ ਸਿੰਘ ਸੰਬੰਧੀ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜੋ ਕੁਝ ਖਬਰ ਦੇ ਰਾਹੀਂ ਜਾਣਕਾਰੀ ਸਾਹਮਣੇ ਆਈ ਹੈ ਉਹਦੇ ਤੋਂ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੋ ਜਾਂਦੀ ਹੈ ਕਿ ਰੌਲਾ ਡੇਰੇ ਦੇ ਉੱਤੇ ਕਬਜ਼ਾ ਕਰਨ ਦਾ ਦੋਵਾਂ ਧਿਰਾਂ ਦੇ ਵਿੱਚੋਂ ਗਲਤ ਕੌਣ ਆ ਸਹੀ ਕੌਣ ਆ ਸਾਡਾ ਪ੍ਰਸੰਗ ਇਹ ਨਹੀਂ, ਕਿਉਂਕਿ ਪੁਲਿਸ ਦੀ ਪੜਤਾਲ ਦਾ ਵਿਸ਼ਾ, ਅਸੀਂ ਵਕੀਲ ਜਾਂ ਜੱਜ ਦੀ ਭੂਮਿਕਾ ਅਦਾ ਨਹੀਂ ਕਰ ਸਕਦੇ। ਪਰ ਜੋ ਕੁਝ ਦਿਸ ਰਿਹਾ ਉਹਦੇ ਉੱਤੇ ਟਿੱਪਣੀ ਜ਼ਰੂਰ ਕਰਨ ਦਾ ਹੱਕ ਹੈਗਾ ਕਿ ਕੀ ਇਹੋ ਜਿਹੀਆਂ ਗੱਲਾਂ ਸ਼ੋਭਦੀਆਂ, ਕੀ ਅਸੀਂ ਬਾਣੇ ਦੇ ਵਿੱਚ ਰਹਿ ਕੇ ਇਸ ਤਰੀਕੇ ਦੇ ਨਾਲ ਕਬਜ਼ਿਆਂ ਦੀ ਦੌੜ ਦੇ ਵਿੱਚ ਪੈ ਸਕਦੇ ਹਾਂ, ਕੀ ਇਹਦੇ ਨਾਲ ਮਨੁੱਖਤਾ ਦਾ ਜਾਂ ਸਿੱਖੀ ਦਾ ਕੋਈ ਭਲਾ ਹੁੰਦਾ। ਗੱਲ ਇਹ ਹੈ ਕਿ ਅਸੀਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਤਾਂ ਬਹੁਤ ਵੱਡੇ ਪੱਧਰ ਤੇ ਕਰਦੇ ਹਾਂ, ਕਰਨੀ ਵੀ ਚਾਹੀਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਨੂੰ ਯਕੀਨ ਵੀ ਰੱਖਣਾ ਚਾਹੀਦਾ, ਗੁਰੂ ਸਾਹਿਬਾਨ ਦੇ ਵੱਲੋਂ ਪਾਏ ਗਏ ਪੂਰਨਿਆਂ ਦੇ ਉੱਤੇ ਅਮਲ ਵੀ ਕਰਨਾ ਚਾਹੀਦਾ। ਪਰ 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਕਿਹੜੇ ਗੁਰੂ ਸਾਹਿਬਾਨ ਨੇ ਇਹ ਗੱਲ ਕਹੀ ਹੈ ਕਿ ਡੇਰਿਆਂ ਦੇ ਉੱਤੇ ਕਬਜ਼ੇ ਦੇ ਚੱਕਰ ਦੇ ਵਿੱਚ ਗੋਲੀਆਂ ਚਲਾ ਗਏ, ਆਪਣੇ ਬੰਦੇ ਮਰਵਾਏ ਗਏ ਜਾਂ ਦੂਜੇ ਦੇ ਬੰਦੇ ਮਾਰ ਗਏ, ਜ਼ਖਮੀ ਹੋ ਗਏ ਤੇ ਬਾਅਦ ਦੇ ਵਿੱਚ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਕਰ ਗਏ। ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਣੀ ਹੈ ਇਹ ਵਕਤ ਦੀ ਗੱਲ ਹੈ। ਪਰ ਜਿਸ ਤਰੀਕੇ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚੋਂ ਕੁਝ ਇੱਕ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਇਹੋ ਜਿਹੀਆਂ ਹਰਕਤਾਂ ਕੀਤੀਆਂ ਗਈਆਂ, ਇਹਨਾਂ ਦੇ ਉੱਤੇ ਭਰੋਸਾ ਆਉਣੋਂ ਹਟ ਜਾਣਾ, ਭਰੋਸਾ ਹੋਣੋਂ ਹਟ ਜਾਣਾ, ਕਿਉਂਕਿ ਹੁਣ ਤੱਕ ਲੋਕ ਇਹ ਗੱਲ ਕਹਿੰਦੇ ਸੀ ਕਿ ਮਸਤਮੌਲੇ ਸੁਭਾਅ ਦੇ ਮਾਲਕ ਤੇ ਗੁਰੂ ਦੀ ਲਾਡਲੀ ਫੌਜ ਦੇ ਵੱਲੋਂ ਜੋ ਕੀਤਾ ਜਾਂਦਾ ਉਹ ਸਹੀ ਕੀਤਾ ਜਾਂਦਾ। ਸਾਰੇ ਗਲਤ ਨਹੀਂ, ਪਰ ਕੁਝ ਇੱਕ ਲੋਕ ਆ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਇਹੋ ਜਿਹੇ ਬੜੇ ਬੈਠੇ ਆ ਜਿਨ੍ਹਾਂ ਦੇ ਉੱਤੇ ਇਹੋ ਜਿਹਾ ਕਿੰਤੂ ਹੁੰਦਾ ਕਿ ਸਾਰਿਆਂ ਦੇ ਉੱਤੇ ਹੀ ਸਵਾਲ ਖੜੇ ਹੋਣ ਲੱਗਦੇ ਆ। ਹੁਣ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਸ ਮਾਮਲੇ ਦੇ ਉੱਤੇ ਆਪਣੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ ਕਿ ਕੀ ਕਬਜ਼ੇ ਕਰਨੇ ਵਾਜਬ ਆ ਜਾਂ ਕੀ ਅਸੀਂ ਕਦੇ ਕਬਜ਼ੇ ਨਹੀਂ ਕੀਤੇ, ਤੇ ਜੋ ਕੁਝ ਇਹਨਾਂ ਦੇ ਵੱਲੋਂ ਕੀਤਾ ਗਿਆ ਕਬਜ਼ੇ ਦੇ ਚੱਕਰ ਦੇ ਵਿੱਚ ਯਾਨੀ ਕਿ ਦੁਨਿਆਵੀ ਚੱਕਰ ਦੇ ਵਿੱਚ ਉਹਦੇ ਨਾਲ ਸਾਡੀ ਸਹਿਮਤੀ ਹੈ ਜਾਂ ਫਿਰ ਅਸਹਿਮਤੀ ਹੈ। ਕਿਉਂਕਿ ਅਸੀਂ ਤਾਂ ਹੁਣ ਤੱਕ ਇਹੀ ਕੁਝ ਸੁਣਦੇ ਆ ਰਹੇ ਹਾਂ ਕਿ ਜੋ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਂ ਜੋ ਵੱਖ-ਵੱਖ ਧਰਮਾਂ ਦੇ ਆਗੂ ਨੇ ਉਹਨਾਂ ਦਾ ਕੰਮ ਹੁੰਦਾ ਜੀ ਕਿ ਉਹਨਾਂ ਨੇ ਸੰਬੰਧਿਤ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਮਨੁੱਖਤਾ ਦੀ ਸੇਵਾ ਦੇ ਵਿੱਚ ਜੁਟੇ ਰਹਿਣਾ, ਆਪਦੇ ਬਾਰੇ ਸੋਚਣਾ ਨਹੀਂ। ਯਾਨੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਪਾਏ ਗਏ ਪੂਰਨਿਆਂ ਦੇ ਉੱਤੇ ਚੱਲਣ ਦੀ ਗੱਲ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 4 ਪੁੱਤਰ ਵਾਰ ਦਿੱਤੇ, ਆਪਣਾ ਟੱਬਰ ਵਾਰ ਦਿੱਤਾ ਸਾਰਾ, ਪਰ ਜਿਹੜੀ ਗੁਰੂ ਦੀ ਲਾਡਲੀ ਫੌਜ ਅਸੀਂ ਕਹਿੰਦੇ ਹਾਂ ਉਹ ਆਪਸ ਦੇ ਵਿੱਚ ਗੁੱਥਮ-ਗੁੱਥਾ ਹੁੰਦੀ ਹੈ ਜਦੋਂ, ਤਾਂ ਸਵਾਲ ਪੈਦਾ ਹੋਣੇ ਕੁਦਰਤੀ ਹੈ। ਭਾਰਤ ਤੇ ਚੀਨ ਦਰਮਿਆਨ ਰਿਸ਼ਤੇ ਕਿਹੋ ਜਿਹੇ ਕੁੜੱਤਣ ਭਰੇ ਰਹੇ ਪਿਛਲੇ ਕਈ ਹਫ਼ਤਿਆਂ ਤੋਂ ਆਪਾਂ ਸਾਰੇ ਜਾਣਦੇ ਹਾਂ, ਪਰ ਹੁਣ ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਭਾਰਤ ਤੇ ਚੀਨ ਦੇ ਰਿਸ਼ਤਿਆਂ ਦੇ ਵਿੱਚ ਜੋ ਕੁੜੱਤਣ ਹੈ ਉਹ ਖਤਮ ਹੋ ਚੁੱਕੀ ਹੈ। ਇਹ ਜਾਣਕਾਰੀ ਪ੍ਰਾਪਤ ਹੋਈ ਆ ਅਜੀਤ ਡੋਭਾਲ ਹੋਰਾਂ ਦੇ ਰਾਹੀਂ, ਜਿਹੜੇ ਕਿ ਆਪਾਂ ਜਾਣਦੇ ਹਾਂ ਕਿ ਸੁਰੱਖਿਆ ਸਲਾਹਕਾਰ ਆ। ਅਜੀਤ ਡੋਭਾਲ ਹੋਰਾਂ ਦੇ ਵੱਲੋਂ ਚੀਨ ਦੇ ਵਿਦੇਸ਼ ਵਿਭਾਗ ਦੇ ਮੰਤਰੀ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ 2 ਘੰਟੇ ਦੇ ਕਰੀਬ ਗੱਲਬਾਤ ਕੀਤੀ ਗਈ ਹੈ। ਉਸ ਤੋਂ ਬਾਅਦ ਚੀਨ ਦੀ ਜਿਹੜੀ ਫੌਜ ਆ ਉਹ ਸੰਬੰਧਿਤ ਤਣਾਅ ਵਾਲੀ ਥਾਂ ਤੋਂ ਪੈਰ ਪਿੱਛੇ ਹਟਾਉਣ ਵਾਸਤੇ ਮੰਨ ਵੀ ਗਈ ਹੈ ਤੇ ਮਜਬੂਰ ਵੀ ਹੋ ਗਈ ਹੈ। ਆਪਾਂ ਇਹ ਵੀ ਜਾਣਦੇ ਕਿ ਚੀਨ ਦੇ ਵੱਲੋਂ ਵਾਅਦਾ ਖਿਲਾਫੀ ਕਰਨ ਦੇ ਲਈ 1 ਮਿੰਟ ਨਹੀਂ ਸਗੋਂ 1 ਸਕਿੰਟ ਹੀ ਲਾਇਆ ਗਿਆ ਹੁਣ ਤੱਕ ਕਈ ਵੇਲਿਆਂ 'ਤੇ। ਪਰ ਹੁਣ ਜਿਸ ਤਰੀਕੇ ਨਾਲ ਰਿਪੋਰਟ ਸਾਹਮਣੇ ਆਈ ਹੈ ਉਹਦੇ ਮੁਤਾਬਕ ਇਹੀ ਹੈ ਕਿ ਇਹ ਭਾਰਤ ਦੀ ਇੱਕ ਸਫਲਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਦਾਖ ਦੇ ਵਿੱਚ ਪਿਛਲੇ ਦਿਨੀ ਗਏ ਸੀ, ਉਹਨਾਂ ਨੇ 26 ਮਿੰਟ ਦਾ ਭਾਸ਼ਣ ਕੀਤਾ ਸੀ। ਉਸ ਤੋਂ 48 ਘੰਟਿਆਂ ਦੇ ਅੰਦਰ ਅੰਦਰ ਅਜੀਤ ਡੋਭਾਲ ਦੇ ਵੱਲੋਂ ਇਸ ਤਰੀਕੇ ਦੇ ਨਾਲ ਕਾਨਫਰੰਸ ਕੀਤੀ ਗਈ ਹੈ ਜਿਹਦੇ ਹੰਝਰੂ ਨਤੀਜੇ ਸਾਹਮਣੇ ਆਈ ਹੈ। ਜਿਸ ਤਰੀਕੇ ਨਾਲ ਰਿਪੋਰਟ ਆਈ ਹੈ ਪਹਿਲਾਂ ਉਹਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਭਾਰਤ ਤੇ ਚੀਨ ਦੀ ਸਰਹੱਦ ਦੇ ਉੱਤੇ ਤਣਾਅ ਜਾਰੀ ਹੈ। ਇਸ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਦੇ ਨਾਲ ਗੱਲਬਾਤ ਕੀਤੀ ਹੈ। ਐਤਵਾਰ ਨੂੰ ਇਹ ਗੱਲਬਾਤ ਵੀਡੀਓ ਕਾਲ ਦੇ ਰਾਹੀਂ ਹੋਈ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੋਭਾਲ ਤੇ ਚੀਨੀ ਵਿਦੇਸ਼ ਮੰਤਰੀ ਵੈਂਗ ਨੇ ਸਰਹੱਦੀ ਖੇਤਰ ਦੇ ਵਿੱਚ ਹਾਲ ਹੀ ਦੇ ਵਿੱਚ ਹੋਏ ਵਿਕਾਸ ਦੇ ਉੱਤੇ ਖੁੱਲ੍ਹ ਕੇ ਵਿਚਾਰ ਵਟਾਂਦਰੇ ਕੀਤੇ ਨੇ। ਡੋਭਾਲ ਤੇ ਵੈਂਗ ਜੀ ਦਰਮਿਆਨ ਗੱਲਬਾਤ ਅਜਿਹੇ ਸਮੇਂ ਹੋਈ ਜਦੋਂ ਚੀਨੀ ਫੌਜ ਨੂੰ ਤੰਬੂ ਹਟਾਉਣ ਤੇ ਗਲਵਾਨ ਵੈਲੀ ਦੇ ਕੁਝ ਹਿੱਸਿਆਂ ਤੋਂ ਪਿੱਛੇ ਹਟਦੇ ਹੋਏ ਨਜ਼ਰ ਆਏ। ਸਰਕਾਰੀ ਸੂਤਰਾਂ ਦੇ ਮੁਤਾਬਕ ਖੇਤਰ ਦੇ ਵਿੱਚ ਫੌਜਾਂ ਦੇ ਪਿੱਛੇ ਹਟਣ ਦਾ ਇਹ ਪਹਿਲਾ ਸੰਕੇਤ ਹੈ। ਸੂਤਰਾਂ ਨੇ ਦੱਸਿਆ ਕਿ ਦੋਵਾਂ ਪਾਸਿਆਂ ਦੇ ਕੋਰ ਕਮਾਂਡਰਾਂ ਦਰਮਿਆਨ ਹੋਏ ਸਮਝੌਤੇ ਤਹਿਤ ਚੀਨੀ ਫੌਜਾਂ ਪਿੱਛੇ ਹਟ ਗਈਆਂ ਨੇ। ਉਹਨਾਂ ਨੇ ਕਿਹਾ ਕਿ ਚੀਨੀ ਸੈਨਾ ਨੂੰ ਗਸ਼ਤ ਪੁਆਇੰਟ 14 ਦੇ ਉੱਤੇ ਲਾਏ ਗਏ ਟੈਂਟਾਂ ਤੇ ਹੋਰ ਢਾਂਚਿਆਂ ਨੂੰ ਹਟਾਉਂਦੇ ਵੇਖਿਆ ਗਿਆ। ਸੂਤਰਾਂ ਦਾ ਕਹਿਣਾ ਕਿ ਚੀਨੀ ਸੈਨਿਕਾਂ ਦੇ ਵਾਹਨਾਂ ਦੀ ਗਤੀਵਿਧੀ ਵੀ ਗੋਗਰਾ ਹੌਟ ਸਪਰਿੰਗ ਖੇਤਰ ਦੇ ਵਿੱਚ ਵੇਖੀ ਗਈ ਹੈ। ਪੂਰਬੀ ਲਦਾਖ ਦੇ ਕਈ ਇਲਾਕਿਆਂ ਵਿੱਚ ਪਿਛਲੇ 7 ਹਫ਼ਤਿਆਂ ਤੋਂ ਭਾਰਤ ਤੇ ਚੀਨੀ ਫੌਜ ਦਰਮਿਆਨ ਰੁਕਾਵਟ ਚੱਲ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਚੀਨ ਤੇ ਭਾਰਤ ਦੇ ਫੌਜੀਆਂ ਦੀ ਝੜਪ ਹੋਈ ਜਿਹਦੇ ਵਿੱਚ ਆਪਣੇ 20 ਫੌਜੀ ਜਵਾਨ ਯਾਨੀ ਕਿ ਭਾਰਤ ਦੇ ਸ਼ਹੀਦ ਹੋਏ ਤੇ ਭਾਰਤ ਦੇ ਫੌਜੀ ਜਵਾਨਾਂ ਨੇ ਖਾਸ ਕਰਕੇ ਜਿਸ ਤਰੀਕੇ ਨਾਲ ਮਾਨਸੇ ਦੇ ਨੌਜਵਾਨ ਗੁਰਤੇਜ ਸਿੰਘ ਨੇ ਜਿਹੜਾ ਕਿ ਆਪ ਸ਼ਹਾਦਤ ਦਾ ਜਾਮ ਪੀ ਗਿਆ ਪਰ ਉਹਨੇ 1 ਇੰਚ ਦੇ ਉੱਤੇ ਕਬਜ਼ਾ ਨਹੀਂ ਹੋਣ ਦਿੱਤਾ ਤੇ ਇਕੱਲੇ ਨੇ 12 ਚੀਨੀ ਫੌਜੀਆਂ ਨੂੰ ਮਾਰ ਡਿੱਗਿਆ। ਇਹੋ ਜਿਹੇ ਜਵਾਨਾਂ ਨੂੰ ਅਸੀਂ ਹਮੇਸ਼ਾ ਸਲਾਮ ਕਰਦੇ ਸੀ ਤੇ ਕਰਦੇ ਰਹਿਣਾ। ਪਰ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਗੱਲਾਂ ਆਪਸ ਦੇ ਵਿੱਚ ਮਿਲ ਬੈਠ ਕੇ
ਵਾਰਤਾਲਾਪ ਦੇ ਰਾਹੀਂ, ਸੰਵਾਦ ਦੇ ਰਾਹੀਂ ਹੱਲ ਹੋ ਸਕਦੀਆਂ, ਉਹਨਾਂ ਮਾਮਲਿਆਂ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਹੋਣੀ ਚਾਹੀਦੀ ਹੈ। ਜਦੋਂ ਦੇਸ਼ ਦੇ ਹਿੱਤ ਦੀ ਗੱਲ ਹੋਵੇ, ਵਿਅਕਤੀ ਵਿਸ਼ੇਸ਼ ਦੇ ਹਿੱਤ ਦੀ ਗੱਲ ਨੂੰ ਪਰੇ ਕਰਕੇ ਉਦੋਂ ਦੇਸ਼ ਦੇ ਬਾਰੇ ਸੋਚਣਾ ਚਾਹੀਦਾ ਹੈ। ਮੈਂ ਅਕਸਰ ਇਸ ਗੱਲ ਨੂੰ ਸੋਚਦਾ ਕਿ ਜਿਹੜੇ ਰਾਜਨੀਤਿਕ ਲੋਕ ਸਰਹੱਦਾਂ ਦੇ ਉੱਤੇ ਵੀ ਰਾਜਨੀਤੀ ਕਰਦੇ ਆ, ਤਾਬੂਤਾਂ ਦੇ ਉੱਤੇ ਰਾਜਨੀਤੀ ਕਰਦੇ ਆ, ਫੌਜੀਆਂ ਦੀਆਂ ਸ਼ਹਾਦਤਾਂ ਦੇ ਉੱਤੇ ਰਾਜਨੀਤੀ ਕਰਦੇ ਆ, ਕੀ ਉਹ ਦੇਸ਼ ਧਰੋਹੀ ਨਹੀਂ? ਜੇਕਰ ਅੱਜ ਮੂੰਹ ਦੇ ਵਿੱਚੋਂ ਦੋ ਸ਼ਬਦ ਕਿਸੇ ਵੀ ਤਰੀਕੇ ਦੇ ਨਾਲ ਨਿਕਲ ਜਾਣ ਤਾਂ ਕਈ ਲੋਕ ਕਹਿੰਦੇ ਆ ਜੀ ਕਿ ਇਹਦੇ ਤੇ ਦੇਸ਼ ਧਰੋਹੀ ਦਾ ਪਰਚਾ ਹੋਣਾ ਚਾਹੀਦਾ, ਫਲਾਣੇ ਦੇ ਉੱਤੇ ਦੇਸ਼ ਧਰੋਹੀ ਦਾ ਪਰਚਾ ਦਰਜ ਹੋਣਾ ਚਾਹੀਦਾ। ਪਰ ਜਿਹੜੇ ਲੋਕ ਦੇਸ਼ ਦੇ ਨਾਜ਼ੁਕ ਹਾਲਾਤ ਦੇ ਉੱਤੇ ਵੀ ਰਾਜਨੀਤੀ ਕਰਦੇ ਆ, ਉਹ ਵੀ ਲੋਕ ਦੇਸ਼ ਧਰੋਹੀ ਆ, ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜਿਹੜੀ ਕਿ ਹੁੰਦੀ ਨਹੀਂ। ਸੋ ਇਸ ਵਕਤ ਥੋੜੀ ਜਿਹੀ ਤਸੱਲੀ ਦੀ ਗੱਲ ਇਹ ਹੈ ਕਿ ਚੀਨ ਤੇ ਭਾਰਤ ਦਰਮਿਆਨ ਇਸ ਗੱਲ ਦਾ ਸਮਝੌਤਾ ਹੋ ਗਿਆ, ਯਾਨੀ ਕਿ ਜਿਹੜੀ ਤਣਾਅ ਖੇਤਰ ਵਾਲੀ ਸਥਿਤੀ ਹੈ ਉਹਦੇ 'ਚ ਥੋੜਾ ਜਿਹਾ ਬਾਹਰ ਆਉਣ ਦਾ ਮੌਕਾ ਮਿਲਿਆ। ਜਿਹੜੀ ਥਾਂ ਦੇ ਕਰਕੇ ਤਣਾਅ ਪੈਦਾ ਹੋਇਆ ਉੱਥੋਂ ਚੀਨ ਦੀਆਂ ਫੌਜਾਂ ਨੇ ਪੈਰ ਪਿੱਛੇ ਹਟਾਉਣੇ ਸ਼ੁਰੂ ਕਰ ਦਿੱਤੇ ਆ। ਇਹੋ ਜਿਹੀਆਂ ਖਬਰਾਂ ਆਉਂਦੀਆਂ ਰਹਿਣ, ਸਾਡੀਆਂ ਸਰਹੱਦਾਂ ਸੁਰੱਖਿਅਤ ਰਹਿਣ ਤੇ ਕਿਸੇ ਵੀ ਦੇਸ਼ ਦੇ ਨਾਲ ਕਦੇ ਵੀ ਕਿਸੇ ਵੀ ਸਥਿਤੀ ਦੇ ਵਿੱਚ ਜੰਗ ਨਾ ਲੱਗੇ, ਕਿਉਂਕਿ ਜੰਗਾਂ ਦੇ ਵਿੱਚ ਹਰ ਦੇਸ਼ ਨੇ ਨੁਕਸਾਨ ਹੀ ਖੱਟਿਆ, ਲਾਭ ਨਹੀਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।